ਸੋਹਣੀ ਧਰਤੀ ਪ੍ਰੋਗਰਾਮ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਵਿਕਰਮਦੀਪ ਸਿੰਘ ਆਜ਼ਾਦ ਸਾਰੇ ਸਰੋਤਿਆਂ ਦੇ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਜਿਵੇਂ ਕਿ ਆਪ ਸਭ ਜਾਣਦੇ ਹੋ, ਅੱਜ ਅਸੀਂ ਸਿਆਲ ਦੇ ਸਖਤ ਤਰੀਨ ਦੌਰ 'ਚੋਂ ਗੁਜ਼ਰ ਰਹੇ ਹਾਂ। ਇੱਕ ਪਾਸੇ ਜਿੱਥੇ ਸਰਦੀਆਂ ਹਰ ਸਾਲ ਹੁੰਦੀ ਸਨ, ਪਰ ਇਸ ਸਾਲ ਦੀ ਸਰਦੀਆਂ ਨੇ ਪਿਛਲੇ ਸਾਰੇ ਲਗਭਗ 30 ਸਾਲ ਦੇ ਰਿਕਾਰਡ ਜਿਹੜੇ ਨੇ ਤੋੜ ਛੱਡੇ ਨੇ। ਤੇ ਜਿਵੇਂ ਤੁਸੀਂ ਆਪ ਜਾਣਦੇ ਹੋ ਕਿ ਜਿੱਥੇ ਸਾਡੀ ਵਿਸ਼ਵ ਪ੍ਰਸਿੱਧ ਝੀਲ ਜਿੱਥੇ ਉਹ ਵੀ ਜੰਮੀ ਹੈ, ਤੇ ਉੱਥੇ ਅੱਜ ਸਾਡਾ ਸਰਦੀਆਂ ਦਾ ਇੰਨਾ ਡਾਢਾ ਪ੍ਰਕੋਪ ਹੈ ਕਿ ਸਾਡੇ ਘਰਾਂ ਦੇ ਨਲਕੇ ਤੱਕ ਜੰਮ ਗਏ ਨੇ। ਤੇ ਤੁਸੀਂ ਆਪ ਜਾਣੂ ਹੋ ਕਿ ਸਰਦੀਆਂ ਕਿੰਨੀਆਂ ਡਾਢੀਆਂ ਜਿਹੜੀਆਂ ਨੇ ਸਾਡੀਆਂ ਲੰਘ ਰਹੀਆਂ ਨੇ। ਇਸ ਸਰਦੀਆਂ ਦੇ ਵਿੱਚ ਜਿੱਥੇ ਅਸੀਂ ਹੋਰ ਸਮੱਸਿਆ ਤੋਂ ਜੂਝਦੇ ਹਾਂ, ਉੱਥੇ ਹੀ ਇਹਨਾਂ ਸਰਦੀਆਂ ਦਾ ਸਾਡੀ ਸਿਹਤ 'ਤੇ ਵੀ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਕਿਉਂਕਿ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਸਿਆਲ ਆਉਂਦਾ ਹੈ, ਉਹ ਆਪਣੇ ਨਾਲ ਕੁਝ ਐਸੀ ਬਿਮਾਰੀਆਂ ਵੀ ਲੈ ਕੇ ਆਉਂਦਾ, ਜੇ ਉਹਨਾਂ ਦਾ ਧਿਆਨ ਨਾ ਰੱਖਿਆ ਜਾਏ ਤੇ ਉਹ ਸਾਡੇ ਲਈ ਹਾਨੀਕਾਰਕ ਵੀ ਹੋ ਸਕਦੀ ਨੇ। ਅੱਜ ਇਸ ਵਿਸ਼ੇ ਤੇ ਕਿ ਇਹਨਾਂ ਬਿਮਾਰੀਆਂ ਤੋਂ ਅਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਹਾਂ, ਸਾਨੂੰ ਕਿਹੜੇ ਤਰੀਕੇ ਅਪਣਾਉਣੇ ਚਾਹੀਦੇ ਨੇ ਤਾਂ ਜੋ ਅਸੀਂ ਆਪਣੀ ਸਿਹਤ ਨੂੰ ਬਿਲਕੁਲ ਠੀਕ ਰੱਖ ਸਕੀਏ। ਇਸ ਵਿਸ਼ੇ ਤੇ ਅੱਜ ਸਾਡੇ ਨਾਲ ਗੱਲ ਕਰਨ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਕੁਲਵਿੰਦਰ ਸਿੰਘ ਮਹਿਤਾ, ਅਸਿਸਟੈਂਟ ਪ੍ਰੋਫੈਸਰ ਡਿਪਾਰਟਮੈਂਟ ਆਫ ENT SMHS GMC ਸ੍ਰੀਨਗਰ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੋਹਣੀ ਧਰਤੀ ਪ੍ਰੋਗਰਾਮ ਦੇ ਵਿੱਚ। ਸੋਹਣੀ ਧਰਤੀ ਤੇ DD ਕਸ਼ਰ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅੱਜ ਦੇ ਦਿਨ ਵਿਕਰਮ ਜੀ ਤੁਸੀਂ ਸਾਨੂੰ ਬੁਲਾ ਕੇ ਬਹੁਤ ਮਾਣ ਦਿੱਤਾ, ਹੋਰ ਇਸ ਵਿਸ਼ੇ ਉੱਪਰ ਕੁਛ ਨਾ ਕੁਛ ਬੋਲਣਾ ਬਹੁਤ ਜ਼ਰੂਰੀ ਸੀ ਜੀ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਸਾਡਾ ਸੱਦਾ ਕਬੂਲ ਕਰਕੇ ਅੱਜ ਇੱਥੇ ਆਏ ਹੋ ਤੇ ਲੋਕਾਂ ਨੂੰ ਉਹ ਕਿਸ ਤਰ੍ਹਾਂ ਸਿਹਤਮੰਦ ਰਹਿਣ ਇਹਦੇ ਬਾਰੇ ਜਾਣਕਾਰੀ ਦਿਓਗੇ। ਡਾਕਟਰ ਸਾਹਿਬ, ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਸਿਆਲ ਆਉਂਦਾ ਹੈ, ਇਹ ਆਪਣੇ ਨਾਲ ਕੁਝ ਐਸੀ ਬਿਮਾਰੀਆਂ ਨੇ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਨਾਲ ਸਿਆਲ ਦੇ ਨਾਲ ਹੀ ਐਫੀਲੇਟਡ ਨੇ, ਉਹ ਬਿਮਾਰੀਆਂ ਲੈ ਕੇ ਆਉਂਦਾ। ਤੇ ਜੇ ਸੰਗਤਾਂ ਜਾਂ ਸਰੋਤੇ ਉਹਦਾ ਖਿਆਲ ਨਾ ਰੱਖਣ ਤੇ ਉਹ ਹਾਨੀਕਾਰਕ ਵੀ ਹੋ ਸਕਦੀ ਨੇ। ਡਾਕਟਰ ਸਾਹਿਬ, ਇਸ ਕਰਕੇ ਇਸ ਵਿਸ਼ੇ ਤੇ ਗੱਲ ਕਰਨਾ ਜਿੱਥੇ ਇੱਕ ਬਹੁਤ ਜ਼ਰੂਰੀ ਹੈ, ਉੱਥੇ ਮੈਂ ਇਹ ਸੋਚਦਾ ਜੇ ਸਰੋਤਿਆਂ ਨਾਲ ਇਹ ਜਾਣਕਾਰੀ ਵੀ ਸਾਂਝੀ ਕੀਤੀ ਜਾਏ ਤੇ ਉਹਨਾਂ ਦਾ ਵੀ ਕੋਈ ਨਾ ਕੋਈ ਫਾਇਦਾ ਹੋਏਗਾ। ਡਾਕਟਰ ਸਾਹਿਬ, ਹੁਣ ਜਿਵੇਂ ਅਸੀਂ ਦੇਖਦੇ ਹਾਂ ਸਰਦੀਆਂ ਦੇ ਵਿੱਚ ਆਪਾਂ ਗੱਲ ਕਰ ਲਈਏ, ਇੱਕ ਬੜੀ ਜੀ ਕਾਮਨ ਡੈਫੀਨੇਸ਼ਨ ਜਾਂ ਇੱਕ ਤੁਸੀਂ ਵਰਡ ਕਹਿ ਲਓ ਕਾਮਨ ਕੋਲਡ, ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਹਾਂ। ਜਿਸ ਤਰ੍ਹਾਂ ਸਾਡੀ ਸਰਦੀ ਹੈ, ਜ਼ੁਕਾਮ ਹੈ, ਨਜ਼ਲਾ ਹੈ, ਇਹਦੇ ਨਾਲ ਛਾਤੀ ਬੰਦ ਹੋ ਜਾਂਦੀ ਹੈ, ਜਿਹਨੂੰ ਅਸੀਂ ਚੈਸਟ ਡਿਜ਼ੀਜ਼ ਵੀ ਕਹਿੰਦੇ ਹਾਂ। ਡਾਕਟਰ ਸਾਹਿਬ, ਜੇ ਅਸੀਂ ਸਟਾਰਟ ਕਰੀਏ ਤਾਂ ਸਭ ਤੋਂ ਪਹਿਲੇ ਇਸ ਤੋਂ ਸਟਾਰਟ ਕਰਦੇ ਹਾਂ, ਇਹ ਕੀ ਹੁੰਦਾ ਹੈ ਤੇ ਇਹਦਾ ਖਿਆਲ ਅਸੀਂ ਇਸ ਸਿਆਲ ਦੇ ਵਿੱਚ ਕਿਸ ਤਰ੍ਹਾਂ ਰੱਖ ਸਕਦੇ ਹਾਂ? ਕਾਮਨ ਕੋਲਡ ਜਾਂ ਜ਼ੁਕਾਮ ਜਾਂ ਨਜ਼ਲਾ ਇਹ ਫਲੂ ਹੁੰਦਾ, ਇਹ ਵੀ ਵਾਇਰਸ ਕਨੇ ਹੁੰਦਾ। ਜੀ ਜੀ ਜੀ। ਕਾਫੀ ਕਿਸਮ ਦੇ ਵਾਇਰਸ ਹੁੰਦੇ ਨੇ ਜੀ। H ਇਨਫਲੂਐਂਜ਼ਾ ਜੀ ਜੀ। ਵਾਇਰਸ ਜਿਹੜਾ ਉਹ ਜ਼ਿਆਦਾ ਹੁੰਦਾ, ਜਿਹਦੇ ਪ੍ਰਤੀ ਲੋਕ ਅਗਸਤ-ਸੈਪਟੈਂਬਰ ਵਿੱਚ ਹਰ ਸਾਲ ਵੈਕਸੀਨ ਵੀ ਲਗਾਉਂਦੇ। ਜੀ ਜੀ ਡਾਕਟਰ ਸਾਹਿਬ, ਜੀ ਡਾਕਟਰ ਸਾਹਿਬ। ਜ਼ੁਕਾਮ, ਖਾਂਸੀ ਔਰ ਨਜ਼ਲਾ ਜੀ, ਇਹ ਸਰਦੀ ਦੀ ਬਹੁਤ ਜ਼ਿਆਦਾਤਰ ਹੋਣ ਵਾਲੀਆਂ ਬਿਮਾਰੀਆਂ। ਬਿਲਕੁਲ ਡਾਕਟਰ ਸਾਹਿਬ। ਪਰ ਇਹ ਕੁਝ ਦੇਸੀ ਇਲਾਜ ਨਾਲ ਵੀ, ਕੁਝ ਡਾਕਟਰ ਕੋਲ ਜਾਣ ਨਾਲ ਵੀ ਤੇ ਕੁਝ ਪਰਹੇਜ਼ ਕਰਨ ਨਾਲ ਵੀ ਇਹਨਾਂ ਦਾ ਸਮਾਧਾਨ ਹੋ ਜਾਂਦਾ। ਇਹਦਾ ਮਤਲਬ ਡਾਕਟਰ ਸਾਹਿਬ, ਮੈਂ ਗੁਸਤਾਖੀ ਕਰ ਰਿਹਾ ਤੁਹਾਨੂੰ ਟੋਕਨੇ ਦਾ ਮਤਲਬ ਹੈ ਕਿ ਪਰਹੇਜ਼ ਨਾਲ ਵੀ ਇਹ ਚੀਜ਼ਾਂ ਜਿਹੜੀਆਂ ਨੇ ਠੀਕ ਅਸੀਂ ਰਹਿ ਸਕਦੇ ਹਾਂ। ਯੈਸ ਜੀ ਜੀ ਡਾਕਟਰ ਸਾਹਿਬ। ਪਰਹੇਜ਼ ਕਰਨ ਤੋਂ ਭਾਵ ਹੈ ਕਿ ਤੁਸੀਂ ਜ਼ਿਆਦਾ ਠੰਡ ਵਿੱਚ ਬਾਹਰ ਨਹੀਂ ਨਿਕਲਣਾ। ਜੀ। ਜੇ ਠੰਡ ਵਿੱਚ ਨਿਕਲਣਾ ਹੈ ਤੇ ਕਪੜਾ ਅੱਛਾ ਲਗਾਉਣਾ ਹੈ, ਜੀ। ਸਵੈਟਰ ਲਗਾਣੀ, ਜੈਕਟ ਲਗਾਣੀ, ਜੀ। ਗਲਵਜ਼ ਲਗਾਣੇ, ਕਾਰ ਵਿੱਚ ਗਰਮੀ ਦਾ ਪ੍ਰਬੰਧ ਕਰਨਾ। ਜ਼ਿਆਦਾ ਕੁਝ ਲੋਕਾਂ ਨੂੰ ਆਦਤ ਹੁੰਦੀ, ਉਹ ਬਹਾਦੁਰੀ ਦੱਸਦੇ ਆ, ਉਹ ਜੀ ਸਾਨੂੰ ਕੁਝ ਨਹੀਂ ਹੁੰਦਾ। ਜਿਹੜੀ ਸਰਦੀ ਦੇ ਅਲਾਮਾਤ ਜਿਹੜੇ ਸਰਦੀ ਕਨੇ ਜਿਹੜਾ ਸਰੀਰ ਹੈ, ਉਹਦੀ ਜਿਹੜੀ ਤਾਕਤ ਹੈ, ਜਿਹੜੀ ਇਮਿਊਨਿਟੀ ਹੈ, ਉਹ ਪਹਿਲੇ ਹੀ ਘਟ ਜਾਂਦੀ ਹੈ। ਓਕੇ। ਸਰੀਰ ਇੱਕ ਐਸੀ ਚੀਜ਼ ਹੈ ਜਿਹੜੀ ਪਰਮਾਤਮਾ ਨੇ ਬਣਾਈ, ਜਿਹੜਾ ਆਪਣਾ ਇਲਾਜ ਕਰਨਾ ਆਪੇ ਜਾਣਦਾ। ਜੀ। ਅੰਗਰੇਜ਼ੀ ਵਿੱਚ ਸਾਡੇ ਇੱਕ ਟੀਚਰ ਸਨ, ਉਹ ਕਹਿੰਦੇ ਸੀ, ਜੋ ਬ੍ਰਹਮੰਡੇ ਸੋ ਪਿੰਡੇ, ਜੋ ਖੋਜੇ ਸੋ ਪਾਵੇ। ਅਸੀਂ ਮਾਨਵਤਾ ਨੂੰ ਕਈ ਹਜ਼ਾਰ ਸਾਲ ਹੋ ਗਏ ਚਲਦੇ। ਜੀ। ਹਜ਼ਾਰਾਂ ਸਾਲਾਂ ਤੋਂ ਲੋਕ ਜੀ ਰਹੇ ਹੈ। ਅੱਜ ਤੇ ਸਾਡੇ ਕੋਲ ਇੰਤਜ਼ਾਮ ਹੈ,
ਇਲੈਕਟ੍ਰਿਸਿਟੀ ਹੈ, ਜੀ। ਚਾਰਕੋਲ ਹੈ, ਬਿਲਕੁਲ ਗੈਸ ਹੈ। ਬਿਲਕੁਲ ਬਿਲकुल ਉਹ ਪੂਰਵਜ ਜਿਹੜੇ ਸਾਡੇ ਕਈ ਹਜ਼ਾਰਾਂ ਸਾਲ ਪਹਿਲੇ ਜੰਗਲਾਂ ਵਿੱਚ ਰਹਿੰਦੇ ਸੀ, ਬਿਲਕੁਲ। ਸਰਦੀ ਵਿੱਚ ਰਹਿੰਦੇ ਸੀ, ਸਮੇਂ ਨਾਲ ਉਹਨਾਂ ਨੂੰ ਇਹ ਪਤਾ ਚੱਲ ਗਿਆ ਕਿ ਅੱਗ ਦਾ ਕੀ ਸਾਡੇ ਕੋਲ ਫਾਇਦਾ ਹੈ। ਫਾਇਦਾ ਹੈ। ਕਿਸੇ ਦਿਨ ਅੱਗ ਜਲ ਗਈ, ਬਿਜਲੀ ਨਾਲ ਜਲ ਗਈ, ਪੱਥਰ ਟਕਰਨ ਨਾਲ ਜਲ ਗਈ, ਜਾਂ ਕਾਫੀ ਕੁਝ ਕਿਹਾ ਜਾਂਦਾ ਹੈ। ਪਹਿਲੇ ਉਹ ਕੱਚਾ ਮੀਟ ਖਾਂਦੇ ਸੀ, ਇਹ ਮੈਂ ਜੀ ਵਿੱਚੋਂ ਇੱਕ ਗੱਲ ਦੱਸ ਰਿਹਾ। ਫਿਰ ਇੱਕ ਦਿਨ ਕੱਚਾ ਮੀਟ ਖਾਂਦੇ ਖਾਂਦੇ ਮੀਟ ਅੱਗ ਵਿੱਚ ਡਿੱਗ ਪਿਆ। ਜਿਹੜੀ ਅੱਗ ਉਹਨਾਂ ਨੇ ਆਪਣੀ ਪ੍ਰੋਟੈਕਸ਼ਨ, ਗਰਮੀ ਹੋਰ ਜੰਗਲੀ ਜਾਨਵਰਾਂ ਕੋਲੋਂ ਪ੍ਰੋਟੈਕਸ਼ਨ ਵਾਸਤੇ ਬਾਲੀ ਸੀ, ਜੀ। ਤੇ ਉਹਨਾਂ ਨੂੰ ਇਹ ਸਮਝ ਆ ਗਿਆ ਜਦ ਉਹਨਾਂ ਨੇ ਉਹ ਮੀਟ ਖਾ ਕੇ ਦੇਖਿਆ ਅੱਗ ਵਾਲਾ ਮੀਟ ਤੇ ਬੜਾ ਸਵਾਦ ਹੈ, ਜਾਂ ਸਬਜ਼ੀ ਜਾਂ ਅਖਰੋਟ। ਕਹਿਣ ਤੋਂ ਭਾਵ ਇਹ ਹੈ ਕਿ ਇਨਸਾਨ ਦਾ ਜਿਹੜਾ ਸਰੀਰ ਹੈ ਉਹ ਹਰ ਬਿਮਾਰੀ ਨਾਲ ਲੜਨ ਦੀ ਪਹਿਲੇ ਆਪੇ ਕੋਸ਼ਿਸ਼ ਕਰਦਾ। ਬਿਲਕੁਲ ਡਾਕਟਰ ਸਾਹਿਬ। ਤਾਂ ਸਾਡੇ ਅੰਦਰ ਜਿਸ ਤਰ੍ਹਾਂ ਇੱਕ ਕੁਝ ਸੈੱਲ ਹੁੰਦੇ ਆ, ਤਾਕਤ ਦੇ ਸੈੱਲ ਹੁੰਦੇ ਆ, ਜਿਉਂ ਕੋਈ ਬਿਮਾਰੀ ਕੋਸ਼ਿਸ਼ ਕਰੇ ਆਉਣ ਦੀ ਤੇ ਉਹ ਸੈੱਲ ਜਿਹੜੇ ਆ ਜਿਸਮ ਵਿੱਚ ਵੱਧ ਜਾਂਦੇ ਆ। ਸਮਝੋ ਅੰਦਰ ਸੈਨਿਕ ਵੱਧ ਜਾਂਦੇ ਆ, ਬਈ ਇਹ ਜਿਹੜਾ ਬਾਹਰੋਂ ਕੋਈ ਫਾਰਨ ਬਾਡੀ ਆ ਗਈ, ਇਹਨੂੰ ਬਾਹਰ ਜਲਦੀ ਕੱਢ ਦਫਾ ਦਿਓ, ਕਰੋ, ਇਹਨੂੰ ਬਾਹਰ। ਇਹਨੂੰ ਬਾਹਰ ਕੱਢੋ। ਇਹਦਾ ਮਤਲਬ ਡਾਕਟਰ ਸਾਹਿਬ ਜੇ ਅਸੀਂ ਕੁੱਲ ਮਿਲਾ ਕੇ ਗੱਲ ਕਰੀਏ ਤੇ ਜਿਹੜਾ ਸਾਡੀ ਪ੍ਰਕਿਰਤੀ ਹੈ, ਜਿਹਨੂੰ ਅਸੀਂ ਨੇਚਰ ਕਹਿੰਦੇ ਆ ਜਾਂ ਮਦਰਲੈਂਡ ਕਹਿ ਸਕਦੇ ਹਾਂ, ਜਿਸ ਤਰ੍ਹਾਂ ਵੀ ਅਸੀਂ ਉਹਨੂੰ ਨਾਂ ਦਈਏ, ਉਹਦੇ ਵਿੱਚ ਹੀ ਇਹ ਚੀਜ਼ਾਂ ਨੇ। ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਜੇ ਸਿਆਲ ਦੇ ਵਿੱਚ ਸਾਡਾ ਇੰਤਜ਼ਾਮ ਪੂਰਾ ਹੈ, ਅਸੀਂ ਵਧੀਆ ਕੱਪੜੇ ਪਾਏ ਨੇ, ਠੰਡ ਤੋਂ ਬਚਾਅ ਕਰਨ ਲਈ ਆਪਣੇ ਆਪ ਨੂੰ ਤਿਆਰ ਕੀਤਾ ਹੈ, ਤੇ ਇੰਤਜ਼ਾਮਾਤ ਸਾਡੇ ਕੋਲ ਪੂਰੇ ਨੇ, ਤੇ ਇੱਕ ਪਰਹੇਜ਼ ਹੈ ਜਿਹਦੇ ਨਾਲ ਅਸੀਂ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਤੇ ਡਾਕਟਰ ਸਾਹਿਬ ਜੇ ਹੁਣ ਕਿਸੇ ਨੂੰ ਇਸ ਚੀਜ਼ ਨੂੰ, ਮੰਨ ਲਓ ਤੁਸੀਂ ਕਿਸੇ ਨੂੰ ਖਾਂਸੀ ਹੈ ਜਾਂ ਉਹਨੂੰ ਨਜ਼ਲਾ ਜ਼ੁਕਾਮ ਹੋ ਗਿਆ, ਉਹਦਾ ਅਸੀਂ ਦਵਾਈਆਂ ਦੇ ਤੌਰ ਤੇ ਕਿਸ ਤਰ੍ਹਾਂ ਇਲਾਜ ਕਰ ਸਕਦੇ ਹਾਂ, ਜਾਂ ਉਹਨੂੰ ਕਿਹੜੇ ਪ੍ਰੀਕਾਸ਼ਨਸ ਹੋਰ ਲੈਣੇ ਪੈਣੇ ਨੇ ਇਹਦੇ ਬਹੁਤ ਨਾਲ? ਅੱਛਾ ਸਵਾਲ ਹੈ ਤੁਹਾਡਾ। ਜੀ ਜਦ ਵੀ ਜ਼ੁਕਾਮ ਖਾਂਸੀ ਹੋ ਜਾਂਦੀ ਹੈ, ਜੀ ਉਹ ਜ਼ੁਕਾਮ ਖਾਂਸੀ ਦੇ ਦੌਰਾਨ ਬੰਦੇ ਨੂੰ ਆਪਣੇ ਆਪ ਨੂੰ ਗਰਮ ਰੱਖਣਾ, ਜੀ। ਰੈਸਟ ਬਹੁਤ ਜ਼ਰੂਰੀ। ਇਹ ਇੱਕ ਪ੍ਰਕਿਰਿਆ ਸੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਦੂਜੇ ਨਾਲ ਜੁੜ ਕੇ ਗੱਲ ਕਰਨਾ, ਦੁੱਖ ਸੁੱਖ ਸਾਂਝੇ ਕਰਦੇ ਸਨ, ਤੇ ਅੱਜ ਦੀ ਡੇਟ 'ਚ ਉਹ ਬਹਿ ਗਏ ਤੇ ਡਿਪਰੈਸ਼ਨ ਦਾ ਕਾਰਨ ਬਣਦਾ ਹੈ। ਡਾਕਟਰ ਸਾਹਿਬ ਹੁਣ ਅਕਸਰ ਸਰਦੀਆਂ ਦੇ ਵਿੱਚ ਇੱਕ ਬੜੀ ਵੱਡੀ ਚੀਜ਼ ਜਿਹਨੂੰ ਅਸੀਂ ਸਮੱਸਿਆ ਬੇਸ਼ਤਰ ਬਜ਼ੁਰਗਾਂ ਨਾਲ ਜੋੜ ਕੇ ਦੇਖਦੇ ਹਾਂ, ਤੇ ਪਰ ਗੱਲ ਫਿਰ ਉੱਥੇ ਹੀ ਆ ਗਈ ਕਿ ਅੱਜ ਨੌਜਵਾਨ ਵੀ ਉਸ ਤੋਂ ਵਾਂਝਾ ਨਹੀਂ ਹੈ। ਮੇਰਾ ਵਿਸ਼ਾ ਗੱਲ ਕਰਨ ਦਾ ਜੁਆਇੰਟ ਪੇਨ, ਗੋਡੇ ਦੁਖਣੇ, ਬਾਹਾਂ ਦੁਖਣੀਆਂ, ਹੱਡੀਆਂ 'ਚ ਜਾਨ ਨਾ ਹੋਣੀ। ਅਕਸਰ ਇਹ ਦੇਖੋ ਤੁਸੀਂ ਕਿ ਅੱਜ ਜਿਹੜਾ ਇਹ ਜੁਆਇੰਟ ਪੇਨ ਜਿਹਨੂੰ ਅਸੀਂ ਅੰਗਰੇਜ਼ੀ ਦੇ ਲਫ਼ਜ਼ ਦੇ ਤੌਰ ਤੇ ਕਹਿੰਦੇ ਜੁਆਇੰਟ ਪੇਨ, ਇਹਦਾ ਠੰਡ ਨਾਲ ਕੀ ਕਾਰਨ ਹੈ, ਤੇ ਇਹਦਾ ਬਚਾਅ ਅਸੀਂ ਠੰਡ ਤੋਂ ਕਿਸ ਤਰ੍ਹਾਂ ਕਰ ਸਕਦੇ ਹਾਂ ਤਾਂ ਜੋ ਅਸੀਂ ਸਿਹਤਮੰਦ ਰਹਿ ਕੇ ਆਪਣੇ ਆਪ ਨੂੰ ਦੇਖੋ ਸਾਡੇ ਸ਼੍ਰੀਨਗਰ ਵਿੱਚ ਸੌਰੀ, ਅਗਰ ਤੁਸੀਂ ਸਮਝੋ ਤੇ 6 ਮਹੀਨੇ ਕੋਈ ਅੱਛੀ ਧੁੱਪ ਹੁੰਦੀ ਹੈ। ਬਿਲਕੁਲ ਜੀ। ਬਾਕੀ 6 ਮਹੀਨੇ ਧੁੱਪ ਹੁੰਦੀ ਆਂਦੀ ਜਾਂਦੀ। ਉਹ ਸਿਆਲ ਦੇ ਵਿੱਚ ਹੀ ਲੰਘ ਜਾਂਦੇ ਨੇ। ਸਾਡੇ ਸਰੀਰ ਉੱਪਰ ਜਦ ਧੁੱਪ ਨਹੀਂ ਪੈਂਦੀ ਤੇ ਸਾਡੇ ਸਰੀਰ ਵਿੱਚ ਵਿਟਾਮਿਨ D3 ਨਹੀਂ ਬਣਦਾ। ਅੱਛਾ ਜੀ, ਅੱਛਾ ਜੀ। ਅੰਗਰੇਜ਼ ਜਾਂ ਤੁਸੀਂ ਕਿਸੇ ਵੀ ਕੰਟਰੀ ਵਿੱਚ ਚਲੇ ਜਾਓ, ਉਹ ਸਨ ਬਾਥ ਲੈਂਦੇ ਆ। ਜੀ। ਹੁਣ ਸਾਡੀ ਐਸਪੈਸ਼ਲੀ ਕਸ਼ਮੀਰ ਵਿੱਚ ਅਸੀਂ ਸਾਡੀ ਧਾਰਮਿਕ ਹੋਰ ਕਲਚਰਲ ਕੁਝ ਐਸੀਆਂ ਵਿਚਾਰਧਾਰਾਵਾਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਫਾਲੋ ਕਰਨਾ ਜ਼ਰੂਰੀ ਹੈ ਕਿ ਅਸੀਂ ਉਹਨਾਂ ਅੰਗਰੇਜ਼ਾਂ ਦੀ ਤਰ੍ਹਾਂ ਅਸੀਂ ਸਨ ਬਾਥ ਨਹੀਂ ਲੈ ਸਕਦੇ। ਜੀ ਬਿਲਕੁਲ ਠੀਕ ਹੈ, ਲੇਕਿਨ ਇੱਕ ਵਿੱਚ ਦਾ ਰਸਤਾ ਕੱਢਣਾ ਹੁੰਦਾ। ਵਿੱਚ ਦਾ ਰਸਤਾ ਹੈ ਕਿ ਜਿਸ ਟਾਈਮ ਵੀ ਗਰਮੀ ਹੈ, ਧੁੱਪ ਹੈ, ਉਸ ਸਮੇਂ ਤੁਸੀਂ ਆਪਣੀ ਬਾਹਾਂ ਉੱਪਰ ਚੁੱਕ ਕੇ, ਥੋੜੀ ਜਿਹੀ ਲੱਤਾਂ ਉੱਪਰ ਚੁੱਕ ਕੇ ਹਰ ਦਿਨ 15 ਮਿੰਟ ਧੁੱਪ ਤੁਹਾਡੀ ਹੱਡੀ ਉੱਪਰ ਪੈਣੀ ਚਾਹੀਦੀ ਹੈ। ਬਿਲਕੁਲ ਜੀ। ਵਿਟਾਮਿਨ D3 ਦੀ ਡੈਫੀਸ਼ੀਐਂਸੀ ਹੋ ਜਾਂਦੀ ਹੈ। ਫਿਰ ਸਾਡੇ ਜਿਹੜੇ ਮਕਾਨ ਹੈਗੇ ਨੇ, ਇਹ ਸਭ ਸੀਮੈਂਟਡ ਮਕਾਨ ਹੋ ਗਏ। ਜਿਹੜੇ ਸੀਮੈਂਟਡ ਮਕਾਨ ਹੈਗੇ ਨੇ, ਇਹਨਾਂ ਨੇ ਵੀ ਸਾਨੂੰ ਇੱਕ ਪਰੇਸ਼ਾਨੀ ਵਿੱਚ ਪਾ ਦਿੱਤਾ। ਕਹਿਣ ਤੋਂ ਭਾਵ ਹੈ ਕਿ ਜਿਹੜਾ ਅਸੀਂ ਆਪਣਾ ਕਲਚਰ ਹੀ ਸਾਰਾ ਚੇਂਜ ਕਰਤਾ। ਪਹਿਲੇ ਲੱਕੜ ਦੇ ਮਕਾਨ ਸਨ ਜਾਂ ਮਿੱਟੀ ਦੀ ਦੀਵਾਰਾਂ, ਕੰਧਾਂ ਜਿਹਨੂੰ ਅਸੀਂ ਕਹਿੰਦੇ ਆ, ਉਹ ਸਨ। ਅੱਜ ਤੁਸੀਂ ਦੇਖੋ ਸਾਡੇ ਫਲੋਰ ਵੀ ਕੰਕਰੀਟ ਨੇ ਤੇ ਛੱਤ ਵੀ ਕੰਕਰੀਟ ਹੈ। ਸਾਡੇ ਖਾਣ ਪੀਣ ਵਿੱਚ ਬਹੁਤ ਪਰੇਸ਼ਾਨੀ ਪੈ ਗਈ। ਸਾਡਾ ਖਾਣਾ ਪੀਣਾ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਫੈਟੀ ਹੈ, ਆਇਲੀ ਹੈ, ਕਾਰਬੋਹਾਈਡਰੇਟਸ ਬਹੁਤ ਜ਼ਿਆਦਾ ਅਸੀਂ ਲੈ ਰਹੇ ਹਾਂ। ਹਰ ਕਿਸੇ ਸਾਡੇ ਦਾ ਵਜ਼ਨ ਵੱਧ ਰਿਹਾ ਹੈ, ਉਸ ਨਾਲ ਵੀ ਸਾਡੇ ਜੋੜਾਂ ਵਿੱਚ ਫਿਰ ਕੁਝ ਬਿਮਾਰੀਆਂ ਹੈਗੀਆਂ, ਜਿਸ ਤਰ੍ਹਾਂ ਆਰਥਰਾਈਟਿਸ ਹੈ, ਰੂਮੇਟਾਇਡ ਆਰਥਰਾਈਟਿਸ ਵਗੈਰਾ ਹੈ ਜੀ। ਸਰਦੀ ਵਿੱਚ ਉਹਨਾਂ ਨੂੰ ਟ੍ਰਿਗਰ ਐਲੀਮੈਂਟਸ ਹੁੰਦੇ ਨੇ, ਉਹ ਟ੍ਰਿਗਰ ਹੋ ਜਾਂਦੇ ਨੇ, ਇਨਫਲੇਮੇਟਰੀ ਮਾਰਕਰਸ, ਉਹਨਾਂ ਦੇ ਕਾਰਨ ਵੀ ਸਾਨੂੰ ਡਾਕਟਰ ਸਾਹਿਬ ਇਹ ਜਿਹੜੀ ਚੀਜ਼ ਤੁਸੀਂ ਆਰਥਰਾਈਟਿਸ ਦੀ ਕਹੀ ਹੈ, ਇਹ ਅਕਸਰ ਜਿਹਨੂੰ ਥੋੜਾ ਜਿਹਾ ਵੀ ਦਰਦ ਹੈ ਗੋਡਿਆਂ ਦਾ ਜਾਂ ਬਾਹਾਂ ਦਾ ਨੂੰ, ਉਹ ਕਹਿੰਦਾ ਜੀ ਮੈਨੂੰ ਆਰਥਰਾਈਟਿਸ ਹੈ। ਇਸ ਤੇ ਥੋੜਾ ਜਿਹਾ ਤੁਸੀਂ ਚਾਨਣਾ ਪਾਓ ਕਿ ਇਹ ਜੁਆਇੰਟ ਪੇਨ ਕੀ ਹੈ ਤੇ ਆਰਥਰਾਈਟਿਸ ਕੀ ਹੈ। ਨਹੀਂ, ਜੁਆਇੰਟ ਪੇਨ ਇੱਕ ਅਲੱਗ ਚੀਜ਼ ਹੈ। ਕਿਸੇ ਨੂੰ ਦੋਨੋਂ ਗੋਡੇ ਉਹਨਾਂ ਨੂੰ ਦਰਦ ਹੈ, ਉਹਨੂੰ ਦੇਖਣਾ ਹੈ, ਉਹਨੂੰ ਆਸਟੀਓਆਰਥਰਾਈਟਿਸ ਇੱਕ ਅਲੱਗ ਬਿਮਾਰੀ ਹੈ, ਮਤਲਬ ਟਾਈਪ ਹੈ। ਤੇ ਕੁਝ ਲੋਕਾਂ ਦੀ ਜਿਹੜੀ ਬੋਨ ਮੈਰੋ ਹੈ ਉਹ ਖਤਮ ਹੋ ਗਈ ਹੁੰਦੀ ਹੈ। ਕੁਝ ਲੋਕ ਸਾਰੀ ਜ਼ਿੰਦਗੀ
ਐਕਸਰਸਾਈਜ਼ ਨਹੀਂ ਕਰਦੇ, ਉਹਨਾਂ ਦੇ ਮਸਲ ਸਟਰੋਂਗ ਨਹੀਂ ਹੁੰਦੇ, ਉਹ ਹੱਡੀ ਉੱਪਰ ਹੀ ਚੱਲਦੇ ਰਹਿੰਦੇ ਆ, ਠੀਕ ਹੈ। ਬਿਲਕੁਲ ਜੀ। ਆਰਥਰਾਈਟਿਸ ਵੀ ਕਾਫੀ ਕਿਸਮ ਦੇ ਹੁੰਦੇ ਆ, ਠੀਕ ਹੈ। ਬਿਲਕੁਲ ਸੋ ਡਾਕਟਰ ਸਾਹਿਬ। ਜੋੜਾਂ ਦੇ ਦਰਦ ਵਾਸਤੇ ਤੁਸੀਂ ਜੋੜਾਂ ਦੇ ਸਪੈਸ਼ਲਿਸਟ ਕੋਲ ਜਾਣਾ, ਲੇਕਿਨ ਉਸ ਵਾਸਤੇ ਵੀ ਪਹਿਲੇ ਜਿਹੜਾ ਤੁਹਾਡੇ ਵਾਸਤੇ ਜ਼ਰੂਰੀ ਹੈ, ਤੁਹਾਡੇ ਵਾਸਤੇ ਜ਼ਰੂਰੀ ਇਹ ਹੈ ਕਿ ਇੱਕ ਤੇ ਕਦੇ ਥੱਲੇ ਨਹੀਂ ਬੈਠਣਾ, ਜ਼ਮੀਨ ਉੱਪਰ ਨਹੀਂ ਬੈਠਣਾ ਜੀ। ਕੁਰਸੀ ਉੱਪਰ ਬੈਠਣਾ, ਠੀਕ ਹੈ। ਡਾਈਨਿੰਗ ਟੇਬਲ ਉੱਪਰ ਰੋਟੀ ਖਾਣੀ, ਤੁਹਾਡੇ ਵਾਸ਼ਰੂਮ ਵਿੱਚ ਇੰਗਲਿਸ਼ ਕਮੋਡ ਹੋਣਾ ਚਾਹੀਦਾ, ਤੁਹਾਡੇ ਜੁਆਇੰਟਾਂ ਉੱਪਰ ਕਦੇ ਵਜ਼ਨ ਨਹੀਂ ਪੈਣਾ ਚਾਹੀਦਾ। ਕੁੱਲ ਮਿਲਾ ਕੇ ਡਾਕਟਰ ਸਾਹਿਬ ਜਿਹੜੀ ਅਸੀਂ ਇਸ ਗੱਲ ਕਰ ਰਹੇ ਹਾਂ ਇਹਦਾ ਜੇ ਅਸੀਂ ਸਿੱਟਾ ਕੱਢੀਏ, ਜਿਹਨੂੰ ਅਸੀਂ ਨਿਚੋੜ ਕਹਿੰਦੇ ਆ, ਉਹ ਇਹ ਹੈ ਕਿ ਇੱਕ ਤੇ ਤੁਸੀਂ ਠੰਡ ਦੇ ਵਿੱਚ ਆਪਣੇ ਆਪ ਨੂੰ ਗਰਮ ਰੱਖਣਾ ਹੈ, ਸੂਰਜ ਦੀ ਜਿਹੜੀ ਰੋਸ਼ਨੀ ਹੈ ਜਿਹਦਾ ਤੁਸੀਂ ਵਿਟਾਮਿਨ D3 ਦਾ ਜ਼ਿਕਰ ਕੀਤਾ ਉਹ ਲੈਣਾ ਬੜਾ ਜ਼ਰੂਰੀ ਹੈ। ਤੇ ਜੇ ਹੁਣ ਸਾਡੇ ਸਿਆਲ ਦੇ ਵਿੱਚ 6 ਮਹੀਨੇ ਰੋਸ਼ਨੀ ਹੈ ਨਹੀਂ, ਕੋਈ ਐਸੇ ਸਪਲੀਮੈਂਟਸ ਜਿਨ੍ਹਾਂ ਦੇ ਵਿੱਚ Vitamin D3 ਆ। B3 ਉਹ ਲੈ ਸਕਦੇ ਨੇ? ਉਹ ਹਾਂ ਲੈ ਸਕਦੇ ਨੇ, ਹਫਤੇ ਵਿੱਚ ਇੱਕ ਵਾਰੀ ਲੈਣਾ ਹੁੰਦਾ ਹੈ ਉਹ, ਹੋਰ ਮੈਕਸਿਮਮ 8 ਹਫਤੇ ਤੱਕ, 8 8 ਸ਼ੀਸ਼ੀਆਂ ਜਾਂ 8 ਸੈਸ਼ੇ, ਪਰ ਜ਼ਿਆਦਾ ਵੀ ਨਹੀਂ। ਕੁਝ ਇਹ ਗੱਲ ਵੀ ਸਾਡੀ ਜ਼ਰੂਰੀ ਤੁਹਾਨੂੰ ਸਰੋਤਿਆਂ ਨਾਲ ਸਾਂਝੀ ਕਰਨੀ ਹੈ ਕਿ ਜਿਹੜੀ ਵੀ ਮੈਡੀਸਨ ਹੈ ਉਹ ਵਿਦਆਊਟ ਪ੍ਰੋਪਰ ਡਾਕਟਰਾਂ ਦੀ ਸਲਾਹ ਤੋਂ ਬਿਨਾ ਨਹੀਂ ਲੈਣੀ ਚਾਹੀਦੀ। ਕਿਉਂਕਿ ਅਸੀਂ ਅਕਸਰ ਇਹ ਦੇਖਿਆ ਗਿਆ ਹੈ ਕਿ ਅਸੀਂ ਆਪਣੇ ਡਾਕਟਰ ਆਪ ਹੀ ਬਣ ਜਾਂਦੇ ਹਾਂ ਤੇ ਆਪਣੇ ਸਰੀਰ ਦਾ ਜਿਹੜਾ ਨੁਕਸਾਨ ਹੈ ਉਹ ਕਰਾ ਲੈਂਦੇ ਹਾਂ। ਸੋ ਬਿਹਤਰ ਇਹ ਹੈ ਕਿ ਜਦੋਂ ਵੀ ਤੁਸੀਂ ਕੋਈ ਮੈਡੀਸਨ ਲੈਣੀ ਹੈ ਜਾਂ ਕੋਈ ਐਸੀ ਦਵਾਈ ਇਹਨਾਂ ਚੀਜ਼ਾਂ ਲਈ ਲੈਣੀ ਹੈ ਤੇ ਮਿਹਰਬਾਨੀ ਕਰਕੇ ਤੁਸੀਂ ਪਹਿਲੇ ਆਪਣੇ ਡਾਕਟਰ ਨੂੰ ਜ਼ਰੂਰ ਕੰਸਲਟ ਕਰੋ। ਹਾਂ, ਜਿਹੜੀ ਇਹ ਵਿਟਾਮਿਨ D3 ਹੈ, ਕੁਝ ਸਟੱਡੀਜ਼ ਵਿੱਚ ਇਹ ਵੀ ਦੇਖਿਆ ਗਿਆ ਕਿ ਇਹ ਨੈਫਰੋਟੌਕ ਮਤਲਬ ਕਿਡਨੀ ਨੂੰ ਜ਼ਿਆਦਾ ਤੁਸੀਂ ਲੈ ਲਓ ਤੇ ਕਿਡਨੀ ਵਿੱਚ ਕੁਝ ਨੈਫਰੋਕੈਲਸੀਨੋਸਿਸ ਜਾਂ ਅਲੱਗ ਕਿਸਮ ਦੀ ਕੁਝ ਹੋਰ ਪ੍ਰੋਬਲਮਾਂ ਕ੍ਰੀਏਟ ਕਰ ਲੈਂਦਾ। ਜੀ ਇਸੇ ਕਰਕੇ ਇਹ ਸਾਡਾ ਇਹ ਰਹਿੰਦਾ ਕਿ ਅਸੀਂ ਆਪਣੇ ਡਾਕਟਰ ਆਪ ਨਾ ਬਣੀਏ ਤੇ ਡਾਕਟਰਸ ਦੇ ਕੋਲ ਜ਼ਰੂਰ ਜਾਈਏ ਕੋਈ ਵੀ ਦਵਾ ਲੈਣ ਤੋਂ ਪਹਿਲੇ। ਡਾਕਟਰ ਸਾਹਿਬ ਹੁਣ ਜਿਸ ਤਰ੍ਹਾਂ ਅਸੀਂ BP ਦੀ ਗੱਲ ਕੀਤੀ ਹੈ ਜਾਂ ਹੋਰ ਚੀਜ਼ਾਂ ਦੀ ਗੱਲ ਕੀਤੀ ਹੈ, ਸ਼ੂਗਰ ਵੀ ਤੇ ਫਿਰ ਸਰਦੀਆਂ ਦੇ ਵਿੱਚ ਮੇਰੇ ਹਿਸਾਬ ਨਾਲ ਇਹ ਵੱਧ ਜਾਂਦਾ ਹੈ। ਜਦੋਂ ਸਾਡੀ ਲਾਈਫ ਹੀ ਸਟੈਗਨੇਟਡ ਹੋ ਗਈ ਤੇ ਸ਼ੂਗਰ ਹੀ ਵੱਧਣਾ ਹੈ। ਸ਼ੂਗਰ ਤੇ ਦੇਖੋ ਨਾ, ਸ਼ੂਗਰ ਦਾ ਤੇ ਸਿੱਧਾ ਪ੍ਰਭਾਵ ਤੁਹਾਡੇ ਖਾਣ ਪੀਣ ਨਾਲ, ਹੋਰ ਤੁਹਾਡੇ ਵੰਸ ਇੱਕ ਵਾਰੀ ਜੇ ਤੁਹਾਡੀ ਸ਼ੂਗਰ ਹੋ ਗਈ ਹੈ ਜੀ ਤੇ ਉਹਨੂੰ ਕੰਟਰੋਲ ਕਰਨ ਵਾਸਤੇ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ ਜੀ। ਇੱਕ ਤੁਹਾਡਾ ਖਾਣ ਪੀਣ ਜੀ ਹੋਰ ਇੱਕ ਤੁਹਾਡੀ ਵਾਕ। ਇਹ ਦੋਨੋਂ ਚੀਜ਼ਾਂ ਜਿਹੜੀਆਂ ਸਰਦੀ ਵਿੱਚ ਸਭ ਡਿਰੇਂਜਡ ਹੋ ਜਾਂਦੀਆਂ। ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਖਾਣ ਪੀਣ ਉੱਪਰ, ਆਪਣੇ ਦਵਾਈ ਉੱਪਰ, ਹੋਰ ਇਹ ਦਵਾਈ ਖਾ ਲਾਂਗਾ ਉਹ ਦਵਾਈ ਖਾ ਲਾਂਗਾ, ਫਿਰ ਕਈ ਵਾਰੀ ਕੁਝ ਲੋਕਾਂ ਨੂੰ, ਕੁਝ ਪਰਸੈਂਟੇਜ ਆਫ ਪੀਪਲਸ ਨੂੰ ਬ੍ਰੇਨ ਹੈਮਰੇਜ ਹੋ ਜਾਂਦੀ ਹੈ, ਸਟ੍ਰੋਕ ਹੋ ਜਾਂਦਾ ਹੈ, ਫਿਰ ਉਹ ਜਿਹੜੇ ਦਰਦ ਹੈ ਉਹ ਵੱਧ ਜਾਂਦੇ ਹੈ ਤੇ ਪਰੇਸ਼ਾਨੀਆਂ। ਡਾਕਟਰ ਸਾਹਿਬ ਇਹ ਜਿਹੜਾ ਅਸੀਂ ਗੱਲ ਕਰ ਰਹੇ ਹਾਂ, ਜਿੱਥੇ BP ਦੀ ਗੱਲ ਕਰੀ ਹੈ, ਸ਼ੂਗਰ ਦੀ ਗੱਲ ਕਰੀਏ ਜਾਂ ਹੋਰ ਬਿਮਾਰੀਆਂ ਦੀ ਗੱਲ ਕਰੀਏ, ਕਿਤੇ ਜਿੱਥੇ ਅਸੀਂ ਅੱਜ ਦੇ ਇਸ ਟੌਪਿਕ ਤੋਂ ਇਹ ਦੇਖਿਆ ਕਿ ਜਿੱਥੇ ਅਸੀਂ ਆਪਣੇ ਆਪ ਨੂੰ ਗਰਮ ਰੱਖਣਾ ਉੱਥੇ ਖਾਣ ਪੀਣ ਦੀ ਵੀ ਬੜੀ ਪਰਹੇਜ਼ ਕਰਦੀਆਂ, ਬੜੀ ਸੋਚ ਸਮਝ ਕੇ ਚੀਜ਼ਾਂ ਜਿਹੜੀ ਨੇ ਉਹ ਖਾਣੀ ਨੇ ਤੇ ਉਹ ਆਪਣੇ ਘਰਾਂ ਦੇ ਵਿੱਚ ਵੀ ਵਾਕ ਕਰ ਸਕਦੇ ਨੇ। ਡਾਕਟਰ ਸਾਹਿਬ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਡਾ ਸੱਦਾ ਪੱਤਰ ਕਬੂਲ ਕਰਕੇ ਸਟੂਡੀਓ ਦੇ ਵਿੱਚ ਆ ਕੇ ਆਪਣੇ ਸਰੋਤਿਆਂ ਨੂੰ ਜਾਣੂ ਕਰਾਇਆ ਕਿ ਅਸੀਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖ ਸਕਦੇ ਹਾਂ। ਸੋ ਮੈਂ ਇੱਕ ਵਾਰ ਫਿਰ ਮੁੜ ਡਾਕਟਰ ਸਾਹਿਬ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਬਹੁਤ ਧੰਨਵਾਦ ਡਾਕਟਰ ਸਾਹਿਬ। ਬਹੁਤ ਧੰਨਵਾਦ ਐਡਵੋਕੇਟ ਸਾਹਿਬ, ਤੁਸੀਂ ਆਏ ਹੋ, ਤੁਸੀਂ ਸਾਨੂੰ ਬੁਲਾਇਆ, ਸਾਡੇ ਨਾਲ ਕੁਝ ਮਿੰਟ ਸਾਂਝੇ ਕੀਤੇ, ਅਸੀਂ ਮਿਲ ਕੇ ਸਮਾਜ ਨੂੰ ਅਗਰ ਕੁਝ ਦੱਸ ਸਕੀਏ ਤੇ ਇਹ ਬਹੁਤ ਅੱਛਾ। ਬਹੁਤ ਧੰਨਵਾਦ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ।